ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਗੌੜੀ 52 ਨਖਰੀ ਮਹੱਲੇ 5ਵੇਂ ਦੇ 19ਵੇਂ ਸਲੋਕ ਅਤੇ 19ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਨਖਰੀ ਮਹੱਲਾ 5ਵਾਂ ਸਲੋਕ। ਗਨ ਮਿਨ ਦੇਖੋ ਮਨੇ ਮੈਂ ਸਰ ਪਰ ਚਲਨੋ ਲੋਗ, ਆਸ ਅਨਿਤ ਗੁਰਮੁਖ ਮਿਟੇ ਨਾਨਕ ਨਾਮ ਅਰੋਗ। ਪੌੜੀ। ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ, ਕਹਾ ਬਿਸਾਸਾ ਦੇ ਕਾ ਬਿਲਮ ਨ ਕਰੋ ਮੀਤ। ਨੈ ਬਾਰਕ ਨੈ ਜੋਬਨੇ ਨੈ ਬਿਰਦੀ ਕੁਛ ਬੰਦ, ਉਹ ਬੇਰਾ ਨਾ ਬੂਝੀਏ ਜਿਉ ਆਏ ਪਰੇ ਜਮ ਫੰਦ। ਗਿਆਨੀ ਧਿਆਨੀ ਚਤਰ ਪੇਖ ਰਹਿਨ ਨਹੀਂ ਏ ਠਾਏ, ਛਾੜ ਛਾੜ ਸਗਲੀ ਗਈ ਮੂਰਤ ਹਾ ਲਪਟਾਏ। ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ, ਨਾਨਕ ਆਏ ਸਫਲ ਤੇ ਜਾ ਕੋ ਪਿਰੋ ਸੁਹਾਗ। ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ, ਨਾਨਕ ਆਏ ਸਫਲ ਤੇ ਜਾ ਕੋ ਪ੍ਰੀ ਸੁਹਾਗ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜਿਸ ਦਾ ਜਨਮ ਹੋਇਆ ਹੈ ਉਸ ਦੀ ਮੌਤ ਨਿਸ਼ਚਿਤ ਹੈ ਜੀ। ਅਤੇ ਮੌਤ ਗੁਰੂ ਜੀ ਕਹਿੰਦੇ ਹਨ ਕਿਸੇ ਵੇਲੇ ਵੀ ਜੀਵਨ ਦੇ ਕਿਸੇ ਪੜਾਅ ਵਿੱਚ, ਕਿਸੇ ਪੜਾਅ ਭਾਵ ਬੱਚਾ, ਬੁੱਢਾ, ਜਵਾਨ, ਜੋ ਵੀ ਸਭ 'ਤੇ ਆਉਣੀ ਹੈ ਜੀ। ਅਤੇ ਮੌਤ ਜਿਸ ਦੀ ਜਨਮ ਮਰਨ ਨਿਸ਼ਚਿਤ ਹੈ, ਅਤੇ ਮੌਤ ਇਹ ਨਹੀਂ ਵੇਖਦੀ ਕਿ ਕੋਈ ਬੱਚਾ ਹੈ ਜਾਂ ਜਵਾਨ ਹੈ ਜਾਂ ਬੁੱਢਾ ਹੈ। ਫਿਰ ਗੁਰੂ ਜੀ ਕਹਿੰਦੇ ਪਰ ਜੋ ਜੀਵ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣਾ ਜੀਵਨ ਸਵਾਰਦੇ ਹਨ, ਆਪਣੀਆਂ ਮਨ ਦੀਆਂ ਇੱਛਾਵਾਂ ਨੂੰ ਖਤਮ ਕਰਦੇ ਹਨ ਅਤੇ ਸਵਾਸ ਸਵਾਸ ਉਹ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ, ਗੁਰੂ ਜੀ ਕਹਿੰਦੇ ਹਨ ਉਹ ਉਹਨਾਂ ਦਾ, ਗੁਰਮੁਖਾਂ ਦਾ ਜਗਤ ਸੰਸਾਰ ਵਿੱਚ ਆਉਣਾ ਸਫਲ ਹੈ ਜੀ। ਅਤੇ ਉਹਨਾਂ ਨੂੰ ਪਰਮੇਸ਼ਰ ਰੂਪ ਪ੍ਰਿਯ ਸੁਹਾਗ ਮਿਲ ਜਾਂਦਾ ਹੈ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖੋ ਆਪਣੇ ਮਨ ਵਿੱਚ ਗਿਣਤੀ ਮਿਣਤੀ ਕਰਕੇ ਵੇਖ ਲਵੋ ਜੀ ਦੀ ਕਿ ਇਸ ਜਗਤ ਸੰਸਾਰ ਵਿੱਚ ਜੋ ਵੀ ਆਇਆ ਹੈ ਜੀ, ਸਾਰੇ ਲੋਕ ਅਵਸ਼ ਹੀ ਇੱਕ ਦਿਨ ਚਲੇ ਜਾਣੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ, ਅਤੇ ਉਹ ਸਦਾ ਸਥਾਈ ਹੈ ਜੀ। ਅਤੇ ਉਹਨਾਂ ਨੂੰ ਪਦਾਰਥਾਂ ਦੀ ਆਸ, ਇੱਛਾਵਾਂ, ਆਸ ਮਿਟ ਜਾਂਦੀ ਹੈ ਜੀ। ਅਤੇ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੀ ਸਾਧਨਾ ਕਰਕੇ ਅਰੋਗ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੱਗਾ ਅੱਖਰ ਅਨੁਸਾਰ ਗੋਬਿੰਦ ਦੇ ਗੁਣਾਂ ਨੂੰ ਸਿਮਰੋ ਜੀ, ਚੇਤੇ ਕਰੋ ਜੀ, ਜਪੋ ਜੀ, ਅਤੇ ਨਿਤ ਸਵਾਸ ਸਵਾਸ ਗੁਰਸ਼ਬਦ ਗੁਰਬਾਣੀ ਨਾਮ ਦਾ ਜਾਪ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਦੇਹੀ ਦਾ ਕੀ ਵਿਸ਼ਵਾਸ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਹੇ ਭਾਈ, ਹੇ ਮਿੱਤਰ, ਗੁਰਮੁਖ ਜਨੋ, ਗੁਰਸ਼ਬਦ ਗੁਰਬਾਣੀ ਨਾਮ ਜਪਣ ਵਿੱਚ ਜ਼ਰਾ ਵੀ ਦੇਰ ਨਹੀਂ ਕਰਨੀ ਚਾਹੀਦੀ ਜੀ। ਕਿਉਂਕਿ ਫਿਰ ਗੁਰੂ ਜੀ ਕਹਿੰਦੇ ਹਨ ਮੌਤ ਨੂੰ ਆਉਣ ਲਈ ਬਾਲ, ਜਵਾਨੀ ਅਤੇ ਬੁਢੇਪੇ ਦੀ ਅਵਸਥਾ ਵਿੱਚ
ਕੋਈ ਬੰਦਸ਼ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਵੇਲੇ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਜੀ ਕਿ ਕਦੋਂ ਮੌਤ ਜੰਮਦਾ ਫੰਦਾ ਆ ਜਾਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗਿਆਨੀਆਂ ਧਿਆਨੀਆਂ ਅਤੇ ਸਿਆਣਿਆਂ ਨੂੰ ਵੇਖ ਲਵੋ ਜੀ। ਫਿਰ ਗੁਰੂ ਜੀ ਕਹਿੰਦੇ ਨੇ ਕਿਸੇ ਵੀ ਇਸ ਜਗ ਸੰਸਾਰ ਵਿੱਚ ਨਹੀਂ ਰਹਿਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਸੰਸਾਰਿਕਤਾ ਨੂੰ ਛੱਡ ਛੱਡ ਕੇ ਸਾਰੀ ਲੁਕਾਈ ਚਲੀ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਇਹ ਮੂਰਖ ਮਨੁੱਖ ਜੀਵ ਉਸੇ ਨਾਲ ਹੀ ਲਿਪਟੇ ਪਏ ਹਨ ਜੀ। ਇਸ ਸੰਸਾਰ ਦੇ ਆਸ਼ਾਵਾਂ ਤ੍ਰਿਸ਼ਨਾਵਾਂ ਵਿੱਚ ਹੀ ਲਿਪਟੇ ਪਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਕਿਰਪਾ ਨਾਲ ਉਹ ਗੁਰਮੁਖ ਸਾਧਕ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਦੇ ਰਹਿੰਦੇ ਹਨ ਜੀ। ਅਤੇ ਫਿਰ ਪਰਮੇਸ਼ਰ ਉਹਨਾਂ ਦੇ ਚੰਗੇ ਭਾਗ ਲਿਖ ਦਿੰਦਾ ਹੈ ਜੀ, ਭਾਵ ਉਹਨਾਂ 'ਤੇ ਕਿਰਪਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਗੁਰਮੁਖਾਂ ਦਾ ਇਸ ਜਗ ਸੰਸਾਰ ਵਿੱਚ ਆਇਆ ਸਫਲ ਹੈ ਜੀ, ਜਿਨ੍ਹਾਂ ਨੂੰ ਪਿਆਰਾ ਪਰਮੇਸ਼ਰ ਰੂਪ ਸੁਹਾਗ ਪ੍ਰਾਪਤ ਹੁੰਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਇਸ ਸੰਸਾਰ ਤੋਂ ਸਾਰਿਆਂ ਨੇ ਅਵਸ਼ ਹੀ ਇੱਕ ਦਿਨ ਚਲੇ ਜਾਣਾ ਹੈ ਜੀ। ਇਸ ਲਈ ਗੁਰਮੁਖ ਸਾਧਕ ਉਹਨਾਂ ਦੀਆਂ ਇੱਛਾਵਾਂ ਉਹ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਰਕੇ ਖਤਮ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਦੇਹੀ ਸਰੀਰ ਨਾਸ਼ਮਨ ਹੈ ਜੀ। ਇਸ ਦਾ ਭਰੋਸਾ ਨਾ ਕਰਕੇ ਅਤੇ ਹਰ ਵੇਲੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜਗਤ ਸੰਸਾਰ ਤੋਂ ਚੱਲਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਭ ਕੋਈ ਇੱਥੋਂ ਛੱਡ ਕੇ ਚਲਾ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਕਿਰਪਾ ਨਾਲ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਸਾਸ ਸਾਸ ਸਿਮਰਦੇ ਹਨ ਜੀ ਅਤੇ ਪਰਮੇਸ਼ਰ ਨਾਲ ਆਪਣੀ ਲਿਵ ਲਗਾਉਂਦੇ ਹਨ ਜੀ, ਗੁਰੂ ਜੀ ਕਹਿੰਦੇ ਹਨ ਉਹਨਾਂ ਦਾ ਇਸ ਸੰਸਾਰ ਜਗਤ ਵਿੱਚ ਆਉਣਾ ਸਫਲ ਮਨੋਰਥ ਹੋ ਜਾਂਦਾ ਹੈ ਜੀ। ਅਤੇ ਉਹ ਫਿਰ ਇਸ ਚੀਜ਼ ਦੀ ਇਹਦੀ ਕੋਈ ਗਿਲਾ ਨਹੀਂ ਹੁੰਦਾ ਕਿ ਅਸੀਂ ਕਿਸ ਵੇਲੇ ਜਾ ਰਹੇ ਹਾਂ ਜੀ, ਨਾ ਕੋਈ ਫਿਕਰ ਹੁੰਦਾ ਹੈ ਜੀ। ਕਿਉਂਕਿ ਉਹ ਸਵਾਸ ਪਰਮੇਸ਼ਰ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੁੜਦੇ ਹਨ ਜੀ। ਅਤੇ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਹੈ ਜੀ ਕਿ ਜਨਮ ਮਰਨ ਇਹ ਸਭ ਕੁਛ ਉਸ ਪਰਮੇਸ਼ਰ ਦੇ ਹੁਕਮ ਨਾਲ ਹੀ ਹੋ ਰਿਹਾ ਹੈ ਜੀ ਅਤੇ ਕਿਸੇ ਵੇਲੇ ਵੀ ਕਿਸੇ ਨੂੰ ਵੀ ਆ ਸਕਦਾ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਫਿਰ ਉਹਨਾਂ ਦਾ ਆਉਣਾ ਜੋ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਉਹ ਸਫਲ ਮਨੋਰਥ ਨੂੰ ਪ੍ਰਾਪਤ ਕਰਦੇ ਹਨ। ਜਿਸ ਤਰ੍ਹਾਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ ਨਾਨਕ ਆਏ ਸਫਲ ਤੇ ਜਾ ਕੋ ਪਰੇ ਸੁਹਾਗ। ਗੁਰ ਪ੍ਰਸਾਦ ਸਿਮਰਤ ਰਹੇ ਜਾਹੂ ਮਸਤਕ ਭਾਗ ਨਾਨਕ ਆਏ ਸਫਲ ਤੇ ਜਾ ਕੋ ਪਰੇ ਸੁਹਾਗ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।